ਦੋਸਤੋ ਟੱਬਰ ਟਾਕਸ ਦੇ ਅੱਜ ਦੇ ਐਪੀਸੋਡ ਤੁਹਾਡਾ ਸਵਾਗਤ ਹੈ। ਅੱਜ ਅਸੀਂ ਗੱਲ ਕਰਾਂਗੇ ਫਿਲਮ ਗੰਗੂਬਾਈ ਕਾਠਿਆਵਾੜੀ ਦੀ। ਵੈਸੇ ਤਾਂ ਫਿਲਮ ਆਈ ਨੂੰ ਵੀ ਕਾਫੀ ਟਾਈਮ ਹੋ ਚੁੱਕਿਆ ਹੈ ਤੇ ਇਹ ਜਿਹੇ ਹੀ ਮੁੱਦੇ ਤੇ ਸੁਪਰੀਮ ਕੋਰਟ ਦੇ ਫੈਸਲੇ ਆਏ ਨੂੰ ਵੀ ਕਾਫੀ ਟਾਈਮ ਹੋ ਚੁੱਕਿਆ ਹੈ। ਗੱਲ ਅਸਲ 'ਚ ਨਾ ਇਹ ਹੁੰਦੀ ਹੈ, ਕਦੇ ਅਸੀਂ ਨਹੀਂ ਇਕੱਠੇ ਹੋ ਪਾਉਂਦੇ, ਕਦੇ ਫਿਲਮ ਇੱਕ ਜਾਣਾ ਦੇਖ ਲੈਂਦਾ ਬਾਕੀ ਨਹੀਂ ਦੇਖਦੇ, ਜਦੋਂ ਤੱਕ ਸਾਰੇ ਨਹੀਂ ਦੇਖਦੇ ਉਦੋਂ ਤੱਕ ਆਪਾਂ ਗੱਲ ਨਹੀਂ ਕਰ ਪਾਉਂਦੇ। ਪਰ ਇਸ ਫਿਲਮ ਨੂੰ ਅਸੀਂ ਡਿਸਕਸ ਤਾਂ ਕਰਨਾ ਚਾਹੁੰਦੇ ਸੀ ਕਿਉਂਕਿ ਆਈ ਥਿੰਕ ਅਸੀਂ ਸਾਰਿਆਂ ਨੇ ਕਿਤਾਬ ਪੜ੍ਹੀ ਹੋਈ ਹੈ ਹੀਰਾ ਮੰਡੀ ਲਾਹੌਰ ਦੀ, ਜੋ ਕਿ ਫੌਜ਼ੀਆ ਸਈਦ ਦੀ ਰਿਸਰਚ ਤੇ ਆਧਾਰਿਤ, ਉਹਨੇ ਖੁਦ ਦੀ ਆਪਣੀ ਗਰਾਊਂਡ ਲੈਵਲ ਦੀ ਰਿਸਰਚ ਤੇ ਕਿਤਾਬ ਲਿਖੀ ਸੀ। ਤਾਂ ਉਹਦੇ ਚੋਂ ਸਾਨੂੰ ਕੀ ਸਿੱਖਣ ਨੂੰ ਮਿਲਿਆ ਤੇ ਗੰਗੂਬਾਈ ਕਾਠਿਆਵਾੜੀ ਦੇ ਵਿੱਚ ਇਹ ਸੇਮ ਸਮੱਸਿਆ ਨੂੰ ਕਿਵੇਂ ਉਜਾਗਰ ਕੀਤਾ ਗਿਆ, ਇਹਦੇ ਬਾਰੇ ਅੱਜ ਆਪਾਂ ਗੱਲ ਕਰਾਂਗੇ। ਤਾਂ ਸਭ ਤੋਂ ਪਹਿਲਾਂ ਮੈਨੂੰ ਲੱਗਦਾ ਅੱਜ ਆਪਾਂ ਮੰਮੀ ਨੂੰ ਪੁੱਛ ਲੈਂਦੇ ਹਾਂ। ਮੰਮੀ, ਵੈਸੇ ਸੰਜੇ ਲੀਲਾ ਬੰਸਾਲੀ ਦੀ ਗੰਗੂਬਾਈ ਕਾਠਿਆਵਾੜੀ ਆਲਿਆ ਭੱਟ ਦੀ ਬਣੀ ਫਿਲਮ ਨੂੰ ਤੁਸੀਂ ਕਿਵੇਂ ਦੇਖਦੇ ਹੋ? ਐਜ਼ ਅ ਫਿਲਮ ਤੁਸੀਂ ਉਹਨੂੰ ਕਿਵੇਂ ਦੇਖਦੇ ਹੋ? ਅਸਲ ਦੇ ਵਿੱਚ ਐਜ਼ ਫਿਲਮ ਜਦੋਂ ਅਸੀਂ ਇਸ ਨੂੰ ਦੇਖਦੇ ਹਾਂ, ਫਿਲਮ ਆਪਣੇ ਆਪ ਦੇ ਵਿੱਚ ਬਣਤਰ ਪੱਖੋਂ, ਇੱਕ ਵਿਧਾ ਪੱਖੋਂ ਇਹ ਸੱਚਮੁੱਚ ਇੱਕ ਫਿਲਮ ਹੈ। ਜੇ ਅਸੀਂ ਇਹਦੀ ਅਦਾਕਾਰੀ ਦੀ ਗੱਲ ਕਰੀਏ, ਇਹਦੀ ਡਾਇਰੈਕਸ਼ਨ ਦੀ ਗੱਲ ਕਰੀਏ, ਉਹ ਬਹੁਤ ਕਮਾਲ ਹੈ। ਨਹੀਂ, ਹੁਣ ਤੱਕ ਸਾਡੇ ਮਨਾਂ ਦੇ ਵਿੱਚ ਜਿਹੜੀ ਇੱਕ ਮਿੱਥ ਬਣੀ ਹੁੰਦੀ ਸੀ ਕਿ ਜਿਹੜੀਆਂ ਬੇਸਵਾਵਾਂ ਹੁੰਦੀਆਂ ਨੇ ਜਾਂ ਉਹ ਜਿਹੜੀਆਂ ਕੋਠੇ ਨੂੰ ਚਲਾਉਣ ਵਾਲੀਆਂ ਬਾਈਆਂ ਹੁੰਦੀਆਂ ਨੇ, ਉਹ ਉਮਰ ਦੇ ਵਿੱਚ ਬੁੱਢੀਆਂ ਹੁੰਦੀਆਂ ਨੇਗੀਆਂ, ਤਾਂ ਕਰਕੇ ਹੀ ਉਹਨਾਂ ਕੋਲੇ ਉਹ ਪਾਵਰ ਜਾਂਦੀ ਹੈ ਤੇ ਉਹ ਸਾਰੇ ਉਹਨਾਂ ਕੋਠਿਆਂ ਨੂੰ ਰਨ ਕਰਦੀਆਂ ਨੇ। ਜਦੋਂ ਕਿ ਇਹ ਫਿਲਮ ਉਹ ਸਾਰੀਆਂ ਮਿੱਥਾਂ ਨੂੰ ਤੋੜ ਕੇ ਇੱਕ ਛੋਟੀ ਉਮਰ ਦੀ ਕੁੜੀ ਹੈ ਜਿਹੜੀ ਪੂਰੀ ਮੁਟਿਆਰ ਹੈ, ਉਹ ਇਹਨਾਂ ਹਾਲਾਤਾਂ ਅਨੁਸਾਰ ਜਦੋਂ ਉਹ ਇੱਥੇ ਆਉਂਦੀ ਹੈ ਕਿਵੇਂ ਉਹ ਪਾਵਰ ਨੂੰ ਗੇਨ ਕਰਦੀ ਹੈ ਜਾਂ ਉਸ ਕੋਠੇ ਨੂੰ ਚਲਾਉਂਦੀ ਹੈ, ਉਹ ਸਾਰੀਆਂ ਮਿੱਥਾਂ ਨੂੰ ਤੋੜ ਕੇ ਇੱਕ ਵੱਖਰੇ ਟ੍ਰੀਟਮੈਂਟ ਦੇ ਵਿੱਚ ਇਸ ਫਿਲਮ ਨੂੰ ਬਣਾਇਆ ਗਿਆ। ਇਹ ਤਾਂ ਇਹਦਾ ਬਹੁਤ ਵਧੀਆ ਪੱਖ ਹੈ। ਦੂਜੀ ਜਿਹੜੀ ਗੱਲ ਤੁਸੀਂ ਨਾਲ ਫੌਜ਼ੀਆ ਸਈਦ ਦੀ ਕੀਤੀ ਹੈ ਨਾ, ਜਦੋਂ ਅਸੀਂ ਉਸ ਕਿਤਾਬ ਦੇ ਸੰਦਰਭ ਦੇ ਵਿੱਚ ਇਸ ਚੀਜ਼ ਨੂੰ ਦੇਖਦੇ ਹਾਂ, ਉਹ ਚੀਜ਼ ਇਸ ਦੇ ਵਿੱਚੋਂ ਗਾਇਬ ਹੈ ਕਿ ਕਿਵੇਂ ਇਹ ਜਿਹੜੇ ਵੇਸਵਾਗਿਰੀ ਦੇ ਕੋਠੇ ਆ, ਕਿਵੇਂ ਸੱਤਾ ਦੇ ਨੱਕ ਥੱਲੇ ਇਹ ਸਾਰਾ ਕੁਝ ਪਲਦਾ ਏ, ਇਹ ਸਾਰੇ ਕੁਝ ਲਈ ਜ਼ਿੰਮੇਵਾਰ ਕੌਣ ਲੋਕ ਨੇ ਤੇ ਕਿਵੇਂ ਉਹ ਸੱਤਾ ਦਾ ਤੇ ਇਹਨਾਂ ਦਾ ਜਿਹੜਾ ਇਹ ਗੱਠ ਜੋੜ ਹੈ। ਉਹ ਕਿਤਾਬ ਸੱਚਮੁੱਚ ਉਸ ਰਿਸਰਚ ਦੇ ਸਿਰ ਤੇ ਕਿਤਾਬ ਲਿਖੀ ਗਈ ਹੈ। ਤੇ ਇਹ ਜਿਹੜੀ ਫਿਲਮ ਹੈ, ਕਿਉਂਕਿ ਇੱਕ ਔਰਤ ਦੀ ਜ਼ਿੰਦਗੀ ਨਾਲ ਸੰਬੰਧਿਤ ਹੈ ਤੇ ਇਹ ਉਸ ਚੀਜ਼ ਤੋਂ ਪਾਸੇ ਰਹਿ ਜਾਂਦੀ ਹੈ ਕਿ ਉਹ ਗੱਠ ਜੋੜ ਨੂੰ ਸਾਹਮਣੇ ਲਿਆ ਸਕੇ, ਇਹ ਕੁਝ ਨਹੀਂ ਲਿਆਂਦਾ। ਹਾਂ, ਤੇ ਡੈਡੀ ਹੁਣ ਪਿੱਛੇ ਜੇ ਸੁਪਰੀਮ ਕੋਰਟ ਦਾ ਵੀ ਫੈਸਲਾ ਆਇਆ ਕਿ ਇਹਨੂੰ ਇੱਕ ਵਪਾਰ ਵਾਂਗੂ ਹੀ ਦੇਖਿਆ ਜਾਵੇ, ਇਹਦੇ ਤੇ ਫਜ਼ੂਲ ਕਿਸਮ ਦੀ ਇੱਕ ਸੈਂਸਰਿੰਗ, ਇੱਕ ਪੁਲਿਸ ਵੱਲੋਂ ਜਿਹੜਾ ਕਿ ਪੈਸੇ ਹਥਿਆਉਣ ਦਾ ਤਰੀਕਾ ਅਪਣਾਇਆ ਜਾਂਦਾ ਸੀਗਾ, ਉਹ ਚੀਜ਼ ਤੇ ਤਾਂ ਕਿ ਰੋਕ ਲੱਗ ਸਕੇ। ਉਹਦੇ ਬਾਰੇ ਤੁਸੀਂ ਕੀ ਕਹੋਗੇ? ਸਭ ਤੋਂ ਪਹਿਲੀ ਗੱਲ ਤਾਂ ਇਹ ਕਿ ਜਦੋਂ ਅਸੀਂ ਵੇਸਵਾ ਦੇ ਜੀਵਨ ਬਾਰੇ ਜਾਂ ਜਿਹੜੀ ਇਹ ਮੰਡੀ ਜਾਂ ਵਪਾਰ ਆ ਇਹਦੇ ਬਾਰੇ ਗੱਲ ਕਰਦੇ ਹਾਂ, ਦੇਹ ਵਪਾਰ ਦੀ ਗੱਲ ਕਰਦੇ ਹਾਂ, ਤਾਂ ਇਹ ਦੁਨੀਆ ਦਾ ਸਭ ਤੋਂ ਪੁਰਾਣਾ ਧੰਦਾ ਕਿਹਾ ਜਾਂਦਾ ਹੈਗਾ। ਵੈਸੇ ਹੈਰਾਨੀ ਵਾਲੀ ਗੱਲ ਆ ਕਿ ਇਹ ਬੜਾ ਦੁੱਖ ਨਾਲ ਕਹਿਣਾ ਪੈਂਦਾ ਕਿ ਇਹ ਔਰਤਾਂ ਦਾ ਜਿਹੜਾ ਧੰਦਾ ਜਾਂ ਪੇਸ਼ਾ ਕਰਦੀ ਤੇ ਉਹਦਾ ਅਰਥ ਕਦੇ ਵੀ ਹੋਰ ਨਹੀਂ ਲਿਆ ਜਾਂਦਾ। ਇਹ ਤਾਂ ਹੁਣ ਆਧੁਨਿਕ ਯੁੱਗ ਵਿੱਚ ਆਇਆ ਕਿ ਹੋਰ ਕੰਮ ਵੀ ਉਹ ਕਰ ਸਕਦੀਆਂ, ਉਹ ਡਰਾਈਵਰ ਵੀ ਹੋ ਸਕਦੀਆਂ, ਸ਼ੌਪਕੀਪਰ ਵੀ ਹੋ ਸਕਦੀਆਂ, ਪਰ ਪੁਰਾਣੇ ਸਮੇਂ ਦੇ ਤਾਂ ਇਹਦਾ ਅਰਥ ਹੀ ਸੀ ਕਿ ਉਹਦਾ ਸਰੀਰ ਵੇਚੂਗੀ ਤੇ ਉਹਦੇ ਤੋਂ ਪੈਸਾ ਕਮਾਊਗੀ। ਧੰਦੇ ਤੇ ਪੇਸ਼ੇ ਦਾ ਅਰਥ ਹੀ ਇਹ ਸੀਗਾ। ਪਰ ਸਮਾਂ ਬਦਲਿਆ ਹੈਗਾ, ਪਰ ਇਹ ਧੰਦਾ ਸਭ ਤੋਂ ਪੁਰਾਣਾ। ਹੁਣ ਇਹ ਕਿ ਇਹਦੇ ਬਾਰੇ ਬਹੁਤ ਸਾਰੀਆਂ ਕਿਤਾਬਾਂ ਲਿਖੀਆਂ ਗਈਆਂ, ਬਹੁਤ ਸਾਰੀਆਂ ਫਿਲਮਾਂ ਬਣੀਆਂ ਗਈਆਂ, ਇੱਥੋਂ ਤੱਕ ਕਿ ਮੈਨੂੰ ਇਹ ਫੌਜ਼ੀਆ ਸਈਦ ਤੋਂ ਇਲਾਵਾ ਮੈਨੂੰ ਵਾਰ-ਵਾਰ ਯਾਦ ਆ ਰਿਹਾ ਸੀਗਾ ਮੰਟੋ, ਮੈਨੂੰ ਵਾਰ-ਵਾਰ ਮੰਟੋ ਯਾਦ ਆ ਰਿਹਾ ਸੀਗਾ, ਮੈਨੂੰ ਵਾਰ-ਵਾਰ ਹੁਣ ਯਾਦ ਆ ਰਿਹਾ ਸੀਗਾ ਕਿ ਮੈਂ ਇਹਨਾਂ ਦਿਨਾਂ 'ਚ ਹੀ ਗਾਡੀਵਾਨਾਂ ਦੀ ਬਸਤੀ, ਇੱਕ ਅਲੈਗਜ਼ੈਂਡਰ ਦਾ ਜਿਹੜਾ ਨਾਵਲ ਆ, ਰਸ਼ੀਅਨ ਨਾਵਲ ਆ, ਉਹ ਪੜ੍ਹ ਰਿਹਾ ਸੀਗਾ। ਬਹੁਤ ਕੁਝ ਹੈ ਇਹਦੇ ਤੇ ਜੋ ਪਹਿਲਾਂ ਹੀ ਲਿਖਿਆ ਜਾ ਚੁੱਕਿਆ। ਤੇ ਫਿਲਮ ਵੀ ਦੇਵਦਾਸ ਤੋਂ ਲੈ ਕੇ ਇਹਦੀਆਂ ਬਹੁਤ ਸਾਰੀਆਂ ਤੇ ਫਿਲਮਾਂ ਵੀ ਬਣੀਆਂ ਜਿਨ੍ਹਾਂ ਦੇ ਵਿੱਚ ਵੇਸਵਾ ਦਾ ਇੱਕ ਕਿਰਦਾਰ ਹੁੰਦਾ ਹੈ। ਪਰ ਇਹ ਜਿਹੜੀ ਫਿਲਮ ਹੈਗੀ ਹੈ ਤੇ ਜਿਹੜਾ ਸੁਪਰੀਮ ਕੋਰਟ ਦਾ ਫੈਸਲਾ ਹੈ, ਮੈਨੂੰ ਇਹ ਤਾਂ ਨਹੀਂ ਲੱਗਦਾ ਗਾ ਕਿ ਫਿਲਮ ਆਉਣ ਨਾਲ ਸੁਪਰੀਮ ਕੋਰਟ ਨੇ ਫੈਸਲਾ ਕਰਤਾ ਜਾਂ ਸੁਪਰੀਮ ਕੋਰਟ ਦੇ ਫੈਸਲੇ ਨੂੰ ਧਿਆਨ 'ਚ ਰੱਖ ਕੇ ਇਹ ਫਿਲਮ ਬਣਾਈ ਗਈ ਸੀ। ਪਰ ਇਹ ਇਤਫਾਕ ਹੈਗਾ ਕਿ ਫਿਲਮ ਜਿਹੜੇ ਮੁੱਦਿਆਂ ਨੂੰ ਉਠਾਉਂਦੀ ਹੈ, ਖਾਸ ਕਰਕੇ ਜਿਹੜਾ ਮੁੱਦੇ ਨੂੰ ਉਠਾਉਂਦੀ ਆ ਕਿ ਠੀਕ ਆ, ਚਾਹੇ ਸ਼ੌਕ 'ਚ, ਚਾਹੇ ਮਜਬੂਰੀ 'ਚ, ਚਾਹੇ ਕਿਵੇਂ ਵੀ, ਜੇ ਕੋਈ ਬੰਦਾ ਇਸ ਧੰਦੇ ਵਿੱਚ ਪੈ ਗਿਆ ਤਾਂ ਉਹਦੀ ਜ਼ਿੰਦਗੀ ਦੇ ਜਿਹੜੇ ਬਾਕੀ ਹੱਕ ਹਕੂਕ ਆ ਉਹ ਤਾਂ ਨਹੀਂ ਖਤਮ ਹੋ ਜਾਂਦੇ।
ਇਹ ਫਿਲਮ ਵੀ ਇਹ ਗੱਲ ਨੂੰ ਉਠਾਉਂਦੀ ਹੈ। ਤਾਂ ਅਸੀਂ ਇਹ ਵੀ ਜਾਣਦੇ ਹਾਂ ਕਿ ਕੁਝ ਦੇਸ਼ ਨੇ ਜਿਨ੍ਹਾਂ ਦੇ ਵਿੱਚ ਜਿਹੜਾ ਇਹ ਜਿਹਨੂੰ ਕਹਿ ਸਕਦੇ ਹਾਂ ਕਿ ਵੇਸਵਾਗਿਰੀ ਦਾ ਧੰਦਾ ਹੈ, ਇਹਨੂੰ ਕਾਨੂੰਨੀ ਮਾਨਤਾ ਪ੍ਰਾਪਤ ਹੈ। ਤੇ ਕਈ ਵਾਰੀ ਬੜੀ ਹੈਰਾਨੀ ਵਾਲੀ ਗੱਲ ਲੱਗਦੀ ਹੈ ਕਿ ਇਹ ਗੰਦਾ ਧੰਦਾ ਹੈਗਾ ਕਿ ਜਿਸ ਵਿੱਚ ਔਰਤ ਆਪਦੀ ਮਰਜ਼ੀ ਦੇ ਖਿਲਾਫ ਕਿ ਮਜਬੂਰੀ ਦੇ ਵਿੱਚ ਸਰੀਰ ਵੇਚਦੀ ਹੈ, ਤੇ ਉਸ ਨੂੰ ਅਸੀਂ ਧੰਦਾ ਦਈਏ ਤੇ ਮੁੜ ਕੇ ਅਸੀਂ ਲੀਗਲਾਈਜ਼ਡ ਕਰੀਏ। ਬੜਾ ਹੈਰਾਨੀ ਵਾਲੀ ਗੱਲ ਜੀ ਲੱਗਦੀ ਹੈ, ਅਜੀਬ ਜੀ ਗੱਲ ਲੱਗਦੀ ਹੈ। ਤੇ ਕਈ ਵਾਰ ਇਹਦੇ ਤੇ ਬਹੁਤ ਜ਼ਿਆਦਾ ਇਸ ਤਰ੍ਹਾਂ ਦੀ ਚਰਚਾ ਵੀ ਹੁੰਦੀ ਹੈ, ਤੇ ਇਉਂ ਤਾਂ ਅਸੀਂ ਆਪਦੀ ਜ਼ਿੰਮੇਵਾਰੀ ਤੋਂ ਹੀ ਭੱਜ ਰਹੇ ਹਾਂ, ਸਰਕਾਰ ਵੀ ਭੱਜ ਰਹੀ ਆ ਤੇ ਸਮਾਜ ਵੀ ਭੱਜ ਰਿਹਾ ਕਿ ਇਹ ਤਾਂ ਇੱਕ ਧੰਦਾ ਹੈਗਾ, ਤੇ ਧੰਦਾ ਕਹਿ ਕੇ ਅਸੀਂ ਉਹਨੂੰ ਕਾਨੂੰਨੀ ਪ੍ਰਵਾਨਗੀ ਦੇ ਰਹੇ ਹਾਂ। ਇਸ ਗੱਲ ਕਰਕੇ ਮੋਰਲਿਸਟਿਕ ਵਿਊ ਆ, ਇਸ ਕਰਕੇ ਕੁਝ ਬੰਦਿਆਂ ਨੇ ਆਲੋਚਨਾ ਵੀ ਕੀਤੀ। ਪਰ ਜਿਹੜੇ ਬੰਦੇ ਅਸਲ ਦੇ ਵਿੱਚ ਵੇਸਵਾਵਾਂ ਦੀ ਜ਼ਿੰਦਗੀ ਨੂੰ ਜਾਣਦੇ ਆ, ਉਹਨਾਂ ਨੂੰ ਪਤਾ ਹੈ ਕਿ ਇਹ ਧੰਦਾ ਇੰਨੀ ਛੇਤੀ ਖਤਮ ਹੋਣ ਵਾਲਾ ਦਿਖਾਈ ਨਹੀਂ ਦੇ ਰਿਹਾ। ਉਸ ਸਥਿਤੀ ਦੇ ਵਿੱਚ ਉਹਨਾਂ ਦੀ ਜਿਹੜੀ ਅਤਿਅੰਤ ਤਰਸਯੋਗ ਹਾਲਤ ਹੈਗੀ ਆ, ਜਿਸ ਜ਼ਿੰਦਗੀ ਜਿੱਲਤ ਭਰੀ ਜ਼ਿੰਦਗੀ ਹੈਗੀ ਆ, ਇਸ ਕਾਨੂੰਨ ਨਾਲ ਉਹਨਾਂ ਨੂੰ ਕੁਝ ਰਾਹਤ ਮਿਲ ਸਕਦੀ। ਹੁਣ ਦੀ ਸਥਿਤੀ ਕੀ ਆ ਕਿ ਇੱਕ ਪਾਸੇ ਤਾਂ ਜਿਹੜੀ ਔਰਤ ਪਹਿਲਾਂ ਹੀ ਮਜਬੂਰੀ ਦੀ ਮਾਰੀ ਹੋਈ ਹੈ, ਸਤਾਈ ਹੋਈ ਹੈ, ਦੂਸਰੇ ਪਾਸੇ ਕਿ ਜਦੋਂ ਕੋਈ ਰੇਡ ਪੈਂਦੀ ਆ ਕਿਸੇ ਕਾਰਨ ਕਰਕੇ ਪੁਲਿਸ ਉਹਨਾਂ ਨੂੰ ਪਕੜ ਕੇ ਲੈ ਜਾਂਦੀ ਆ, ਤੇ ਉਹਨਾਂ ਦਿਨਾਂ ਦੇ ਵਿੱਚ ਉਹਨਾਂ ਦਾ ਧੰਦਾ ਬੰਦ ਹੋ ਜਾਂਦਾ। ਫਿਰ ਥਾਣਿਆਂ ਦੇ ਵਿੱਚ ਉਹਨਾਂ ਨੂੰ ਜਲਾਲਤ ਸਹਿਣੀ ਪੈਂਦੀ ਹੈ, ਅਤੇ ਉੱਪਰੋਂ ਜਿਹੜਾ ਇਹ ਸਭ ਕੁਝ ਹੁੰਦਾ ਹੈਗਾ ਕਿ ਜਿਹੜਾ ਬੰਦਾ ਹੈ ਉਹ ਬਚ ਨਿਕਲਦਾ ਹੈ, ਤੇ ਔਰਤ ਆ ਜਿਹੜੀ ਉਹ ਇਸ ਵਿੱਚ ਫਸ ਜਾਂਦੀ ਹੈਗੀ ਹੈ ਕਿ ਜ਼ਿੰਮੇਵਾਰ ਉਹੀ ਠਹਿਰਾਈ ਜਾਂਦੀ। ਪਰ ਇਸ ਕਾਨੂੰਨ ਦੇ ਨਾਲ ਘੱਟੋ ਘੱਟ ਉਹਨਾਂ ਨੂੰ ਇਸ ਗੱਲੋਂ ਰਾਹਤ ਮਿਲੀ ਹੈ। ਮੈਨੂੰ ਲੱਗਦਾ ਕਿ ਆਪਣੇ ਆਪ ਦੇ ਵਿੱਚ ਇਹ ਕਾਨੂੰਨ ਦਾ ਪ੍ਰੋਗਰੈਸਿਵ ਫੈਸਲਾ ਹੈਗਾ। ਪਰ ਇਸ ਪ੍ਰੋਗਰੈਸਿਵ ਫੈਸਲੇ ਦੇ ਨਾਲ ਨਾਲ ਮੈਂ ਇਹ ਸਮਝਦਾ ਹਾਂ ਕਿ ਇਸ ਦਾ ਹੱਲ ਮੈਨੂੰ ਇਸ ਤਰ੍ਹਾਂ ਤਾਂ ਨਹੀਂ ਲੱਗਦਾ ਗਾ ਕਿ ਜਿਸ ਤਰ੍ਹਾਂ ਮਹਾਤਮਾ ਗਾਂਧੀ ਨੇ ਕਦੇ ਕੋਸ਼ਿਸ਼ ਕੀਤੀ ਗਈ ਸੀ, ਜਾਂ ਹੋਰ ਪਤਤ ਸੁਧਾਰ ਕਮੇਟੀਆਂ ਜਾਂ ਬਣਦੀਆਂ ਹੈਗੀਆਂ ਵੀ ਇਹਨਾਂ ਨਾਲ ਕੋਈ ਬਦਲਾਅ ਆਉਣ ਵਾਲਾ। ਜ਼ਿੰਦਗੀ ਦੇ ਪ੍ਰਤੀ ਜਦੋਂ ਸਾਡਾ ਦ੍ਰਿਸ਼ਟੀਕੋਣ ਬਦਲੇਗਾ, ਉਹਦੇ ਵਿੱਚ ਤਕਨੀਕ ਵੀ ਆਪਣਾ ਰੋਲ ਅਦਾ ਕਰਦੀ ਹੈ ਕਿ ਔਰਤ ਹੋਰ ਢੰਗਾਂ ਨਾਲ ਵੀ ਰੋਟੀ ਕਮਾ ਸਕਦੀ ਹੈ। ਜਿਵੇਂ ਕਹਿ ਲਓ ਕਿ ਪੇਸ਼ੇ ਦਾ ਇੱਕ ਜਿਹੜਾ ਅਰਥ ਹੀ ਸੀ ਇਹ ਖਤਮ ਹੋ ਗਿਆ। ਇਸੇ ਤਰ੍ਹਾਂ ਮੈਨੂੰ ਇਹ ਵੀ ਲੱਗਦਾ ਕਿ ਕਿਤੇ ਨਾ ਕਿਤੇ ਜਦੋਂ ਔਰਤਾਂ ਦੀ ਸਮਾਜਿਕ ਸੰਸਥਾਵਾਂ ਵਿੱਚ ਭਾਗੀਦਾਰੀ ਵਧੇਗੀ, ਉਹਦੇ ਨਾਲ ਤੇ ਇੱਕ ਔਰਤ ਪ੍ਰਤੀ ਜਿਹੜਾ ਦ੍ਰਿਸ਼ਟੀਕੋਣ ਆ ਉਹ ਬਦਲਣ ਦੇ ਨਾਲ ਇਹ ਧੰਦਾ ਹੌਲੀ ਹੌਲੀ ਸੁਸਾਇਟੀ ਦੇ ਵਿੱਚ ਫੇਡ ਆਊਟ ਹੋਊਗਾ। ਪਰ ਜਿੰਨੀ ਦੇਰ ਇਹ ਫੇਡ ਆਊਟ ਨਹੀਂ ਹੋ ਰਿਹਾ, ਉਨੀ ਦੇਰ ਮੈਨੂੰ ਲੱਗਦਾ ਕਿ ਉਹਨਾਂ ਦੇ ਹੱਕਾਂ ਦੇ ਲਈ, ਜਿੱਥੇ ਤੱਕ ਤਾਂ ਸੁਪਰੀਮ ਕੋਰਟ ਵਾਲੇ ਫੈਸਲੇ ਦਾ ਸੰਬੰਧ ਹੈਗਾ, ਮੈਨੂੰ ਲੱਗਦਾ ਕਿ ਉਹ ਫੈਸਲਾ ਠੀਕ ਹੈਗਾ। ਮੈਨੂੰ ਇਹ ਲੱਗੀ ਕਿ ਫਿਲਮ ਕੁਝ ਮੁੱਦਿਆਂ ਨੂੰ ਬੜੇ ਮਾਰਮਕ ਢੰਗ ਨਾਲ ਉਠਾਉਂਦੀ ਹੈਗੀ ਆ। ਉਹਦਾ ਮੌਸੀ ਬਣ ਜਾਣਾ ਜਾਂ ਡੌਨ ਬਣ ਜਾਣਾ ਉਹ ਇੱਕ ਵੱਖਰਾ ਪੱਖ ਹੈਗਾ। ਉਹਦੇ ਬਾਰੇ ਮੈਂ ਬਾਅਦ ਚ ਗੱਲ ਕਰਨੀ ਚਾਹੁੰਦਾ ਸੀਗਾ, ਪਰ ਮੈਂ ਉਹਦੇ ਚ ਹੁਣੇ ਗੱਲ ਕਰ ਦਿੰਦਾ ਕਿ ਕਿਤੇ ਆਏ ਤਾਂ ਨਹੀਂ ਲੱਗਦਾ ਕਿ ਉਹ ਜਿਸ ਪਰਿਵਾਰ ਚੋਂ ਆਈ ਹੈ ਉਹ ਸਾਧਨ ਸੰਪੰਨ ਪਰਿਵਾਰ ਉਹ ਪਹਿਲਾਂ ਬੈਰਿਸਟਰ ਦੀ ਕੁੜੀ ਹੈਗੀ ਆ, ਤੇ ਇਸ ਕਰਕੇ ਉਹ ਹੱਕ ਦੀ ਗੱਲ ਕਰਦੀ ਹੈ। ਮੈਨੂੰ ਲੱਗਦਾ ਕਿ ਇਹਦੇ ਪਿੱਛੇ ਵੀ ਇਹ ਕਿ ਜਿਹੜੀਆਂ ਗਰੀਬ ਘਰਾਂ ਦੀਆਂ ਜਿਹੜੀਆਂ ਪਹਿਲਾਂ ਹੀ ਪਤਿਤ ਪਰਿਵਾਰ ਨੇ, ਉਹਨਾਂ ਨੂੰ ਆਪਦੇ ਹੱਕ ਦਾ ਪਤਾ ਹੀ ਨਹੀਂ, ਉਹ ਜਾਗਰੂਕ ਹੀ ਨਹੀਂ ਹੈਗੀਆਂ ਉਸ ਚੀਜ਼ ਪ੍ਰਤੀ। ਦਬਾਈਆਂ ਹੋਈਆਂ ਜਿਹੜੇ ਦਲਿਤ ਪਰਿਵਾਰ ਨੇ ਨਾ, ਉਹਨਾਂ ਜਾਂ ਜਿਹੜੇ ਪੀੜਤ ਪਰਿਵਾਰ ਨੇ ਜਾਂ ਬਹੁਤ ਗਰੀਬ ਪਰਿਵਾਰ ਨੇ, ਉਹਨਾਂ ਨੂੰ ਤਾਂ ਹੱਕਾਂ ਦਾ ਹੀ ਨਹੀਂ ਪਤਾ। ਇਸ ਬਾਰੇ ਨਾ ਮੈਂ ਇੱਕ ਗੱਲ ਹੋਰ ਐਡ ਕਰਨਾ ਚਾਹੁੰਦੀ ਹਾਂ ਕਿ ਇਹ ਫਿਲਮ ਨਾ ਇੱਥੇ ਜਾ ਕੇ ਥੋੜਾ ਜਿਹਾ ਦਵੰਦ ਇੱਕ ਦਰਸ਼ਕ ਦੇ ਮਨ ਦੇ ਵਿੱਚ ਪੈਦਾ ਹੁੰਦਾ ਹੈ। ਜਿੱਥੋਂ ਤੱਕ ਤਾਂ ਵੇਸਵਾਵਾਂ ਦਾ ਸੰਬੰਧ ਹੈ ਕਿ ਜਦੋਂ ਕਿਸੇ ਕ੍ਰਾਈਸਿਸ 'ਚ ਫਸਦੀਆਂ, ਇੱਕ ਗਲਤ ਬੰਦਾ ਆ ਕੇ ਉਹਨਾਂ ਨੂੰ ਮਾਰਨ ਕੁੱਟਣ ਲੱਗ ਜਾਂਦਾ, ਉਹਨਾਂ ਦੀ ਜਾਨ ਨੂੰ ਖਤਰਾ ਹੁੰਦਾ। ਕਹਿਣ ਲੱਗੀ ਸੀ ਕਿ ਉਹ ਚੀਜ਼ਾਂ ਤੋਂ ਥੋੜੀ ਰਾਹਤ ਮਿਲੂਗੀ। ਮੈਂ ਉਹੀ ਕਹਿਣੀ ਹੈ ਕਿ ਜਦੋਂ ਇਹੋ ਜਿਹੀ ਮੁਸ਼ਕਲ 'ਚੋਂ ਫਸਦੀਆਂ ਨੇ, ਉਹ ਜਾਣ ਕਿੱਥੇ। ਹੁਣ ਇਸ ਫਿਲਮ ਦੇ ਵਿੱਚ ਵੀ ਉਹ ਇੱਕ ਡੌਨ ਕੋਲੇ ਜਾਂਦੀ ਆ। ਉਹਨਾਂ ਨੂੰ ਪਤਾ ਹੈ ਕਿ ਸਮਾਜ ਦੇ ਵਿੱਚ ਕਰਤਿਆਂ ਧਰਤਿਆਂ ਕੋਲੇ, ਵਕੀਲਾਂ ਕੋਲੇ ਜਾਂ ਆਮ ਮਨੁੱਖਾਂ ਕੋਲੇ ਜਿਨ੍ਹਾਂ ਨੇ ਇਨਸਾਫ ਦੇਣਾ, ਉਹਨਾਂ ਔਰਤਾਂ ਨਾਲ ਕੋਈ ਹਮਦਰਦੀ ਨਹੀਂ। ਸਿੱਟੇ ਵਜੋਂ ਡੌਨ ਦੇ ਕੋਲ ਜਾਂਦੀ ਹੈ। ਹੁਣ ਇੱਕ ਤਾਂ ਇਹ ਫਿਲਮ ਇਹ ਸਥਾਪਿਤ ਕਰਦੀ ਹੈ ਕਿ ਕੋਈ ਵੀ ਧੰਦਾ, ਚਾਹੇ ਉਹ ਕ੍ਰਾਈਮ ਨਾਲ ਜੁੜਿਆ ਹੋਇਆ ਹੋਵੇ, ਚਾਹੇ ਕਿਸੇ ਨਾਲ ਵੀ, ਉਸ ਦੇ ਵਿੱਚ ਵੀ ਕੋਈ ਨਾ ਕੋਈ ਨੈਤਿਕਤਾ ਜ਼ਰੂਰ ਹੁੰਦੀ ਹੈ। ਉਹ ਬੰਦਾ ਉਸ ਨੂੰ ਆਪਣੀ ਭੈਣ ਬਣਾ ਕੇ ਉਸ ਬੰਦੇ ਨੂੰ ਸਬਕ ਸਿਖਾਉਂਦਾ, ਸੁਸਾਇਟੀ ਦੇ ਵਿੱਚ ਬਾਹਰ ਕੱਢ ਕੇ ਉਸ ਨੂੰ ਮਾਰਦਾ ਕਿ ਅੱਜ ਤੋਂ ਬਾਅਦ ਤੂੰ ਇਉਂ ਨਹੀਂ ਕਰੇ, ਕੋਈ ਵੀ ਇਉਂ ਨਹੀਂ ਕਰੂਗਾ ਇਹਨਾਂ ਦੇ ਨਾਲ। ਇੱਕ ਗੱਲ ਹੈ। ਦੂਸਰੀ ਗੱਲ ਨਾ, ਇਹ ਫਿਲਮ ਦੇ ਵਿੱਚ ਜਿਹੜੀ ਕਿ ਪੋਜ਼ਿਟਿਵ ਵਾਲੇ ਪਾਸੇ ਨਹੀਂ ਜਾਂਦੀ, ਉਹ ਜਦੋਂ ਇਹ ਸਾਰੇ ਕੁਝ ਫਸਦੀ ਹੈ, ਕਿਤੇ ਵੀ ਇਸ ਫਿਲਮ ਦੇ ਵਿੱਚ ਉਸ ਔਰਤ ਨੂੰ ਦੇ ਮਨ ਦੇ ਵਿੱਚ ਕੀ ਵਾਪਰਦਾ ਜਦ ਉਹ ਪ੍ਰੇਮੀ ਉਹਨੂੰ ਧੋਖੇ ਨਾਲ ਉਹਦੇ ਘਰੋਂ ਲੈ ਆਉਂਦਾ,
ਚਾਹੁੰਦੀ ਤਾਂ ਉਹ ਪਾਵਰ ਗੇਨ ਕਰਨਾ ਹੀ ਆ, ਕੱਲ ਨੂੰ ਫਿਲਮਾਂ 'ਚ ਜਾਣਾ ਚਾਹੁੰਦੀ ਸੀ, ਠੀਕ ਹੈ, ਸੁਪਨੇ ਤਾਂ ਉਹਦੇ ਹੋਰ ਸੀ, ਪਰ ਲਿਆ ਕੇ ਉਸ ਨੂੰ ਕੋਠੇ ਤੇ ਬਿਠਾ ਦਿੱਤਾ ਜਾਂਦਾ ਹੈ। ਪਰ ਉਹ ਕਿਤੇ ਵੀ ਮਨ ਹੀ ਮਨ ਉਹਨਾਂ ਚੀਜ਼ਾਂ 'ਚੋਂ ਨਿਕਲਣ ਦਾ, ਜਾਂ ਦੁਖੀ ਕਿਵੇਂ ਹੋਈ, ਕੀ ਹੰਢਾਇਆ, ਕੀ ਉਹਨੂੰ ਬਾਰ-ਬਾਰ ਆਪਣੇ ਪੇਰੈਂਟਸ ਯਾਦ ਆਏ, ਜਾਂ ਕੀ ਉਹਦੇ ਕੋਲੇ ਰਾਹ ਨਹੀਂ ਸੀ, ਬੜਾ ਕੁਝ ਉਹਦੇ ਮਨ ਦੇ ਚਿੱਤਰਪਟ ਤੇ ਵਾਪਰਦਾ ਹੋਏਗਾ। ਫਿਲਮ ਉਹ ਸਾਰੇ ਕੁਝ ਤੋਂ ਪਾਸੇ ਰਹਿ ਜਾਂਦੀ ਹੈ, ਨਹੀਂ, ਕੁਝ ਨਹੀਂ ਵਾਪਰਦਾ, ਮੈਨੂੰ ਇਉਂ ਲੱਗਦਾ ਹੈ ਕਿ ਨਿਭਾਓ ਇਉਂ ਹੈ ਜਿਵੇਂ ਉਹ ਸਾਰਾ ਕੁਝ ਨਾ ਪਾਵਰ ਗੇਨ ਕਰਨ ਲਈ ਬੈਠੀ ਹਾਂ। ਹੋਵੇ, ਇੰਜੋਏ ਕਰਨ ਲੱਗੀ ਹੋ। ਇਹੋ ਜੀ ਗੱਲ ਨਹੀਂ, ਇਹ ਵੀ ਹੈ ਜਦੋਂ ਬੰਦੇ ਕੋਲੇ ਪਾਵਰ ਆਉਂਦੀ ਉਹਨੇ ਪਾਵਰ ਵੀ ਇੰਜੋਏ ਕੀਤੀ। ਮਤਲਬ ਉਹ ਜਿਹੋ ਜਿਹੀ ਸੰਸਾਰ 'ਚ। ਸਿਚੁਏਸ਼ਨਸ ਹੁੰਦੀਆਂ ਹਾਂ। ਸ਼ੀ ਮੇਕਸ ਬੈਸਟ ਆਫ ਦ ਹਾਂ, ਸਿਚੁਏਸ਼ਨ, ਹਾਂ। ਪਰ ਉਹ ਐ ਨਹੀਂ ਹੁੰਦਾ ਕਿ ਉਹ ਉਹੀ ਕਰਨ ਆਈ ਹੁੰਦੀ ਹਾਂ, ਹੈ। ਹਾਂ। ਇਸ ਚੀਜ਼ ਤੋਂ ਥੋੜੀ ਫਿਲਮ 'ਚ ਇਉਂ ਕਿਨਾਰਾ ਲੱਗਦਾ ਕੱਟ ਵੀ ਲਿਆ, ਹਾਂ, ਹਾਂ। ਕਿਨਾਰਾ ਕਰਿਆ ਹੋਇਆ। ਮੈਨੂੰ ਇਹ ਵੀ ਲੱਗਿਆ ਕਿ ਫਿਲਮ ਆ ਨਾ ਜਿਹੜੀਆਂ ਸਟੀਰੀਓਟਾਈਪਸ ਗੱਲਾਂ ਨੇ ਉਹਨਾਂ ਦੇ ਫਰੇਮਵਰਕ ਚੋਂ ਬਾਹਰ ਨਹੀਂ ਜਾਂਦੀ ਕਿ ਕੋਈ ਔਰਤ ਬੇਸਵਾ ਕਿਉਂ ਬਣਦੀ ਆ। ਉਹ ਮੈਂ ਕਿ ਬੀਜੂ ਕਿਸੇ ਪ੍ਰੇਮੀ ਨਾਲ ਭੱਜ ਜਾਂਦੀ ਹੈ ਤੇ ਪ੍ਰੇਮੀ ਉਹਨੂੰ ਛੱਡ ਜਾਂਦਾ, ਜਾਂ ਇਹ ਕਿ ਫਿਲਮ ਇੰਡਸਟਰੀ ਦੇ ਵਿੱਚ ਉਹਨਾਂ ਨੂੰ ਖਿੱਚ ਪੈਂਦੀ ਆ। ਇਹ ਇੱਕ ਸਟੀਰੀਓਟਾਈਪ ਆ ਜਿਹਨੂੰ ਵਾਰ-ਵਾਰ ਦੁਹਰਾਇਆ ਗਿਆ। ਬਹੁਤ ਸਾਰੇ ਲੋਕ ਆ ਜਿਹੜੇ ਇਸ ਸਟੀਰੀਓਟਾਈਪ ਦੀ ਬਜਾਏ ਹੋਰਨਾਂ ਕਾਰਨਾਂ ਕਰਕੇ ਵੀ ਉੱਥੇ ਪਹੁੰਚਦੇ ਆ। ਦੂਸਰਾ ਮੈਨੂੰ ਇਹ ਵੀ ਲੱਗਿਆ ਕਿ ਪੰਜਾਬੀ ਦੇ ਵਿੱਚ ਨਾ ਇੱਕ ਕਹਾਣੀ ਹੈਗੀ ਆ, ਨਾਵਲ ਆ ਬਲਦੇਵ ਸਿੰਘ ਦਾ ਲਾਲ ਬੱਤੀ। ਉਹ ਵੀ ਹਰੇਕ ਚੀਜ਼ ਨੂੰ ਬਹੁਤ ਡਿਟੇਲ 'ਚ ਦੱਸਦਾ ਹੈਗਾ ਕਿ ਮੈਨੂੰ ਲੱਗਦਾ ਕਿ ਡਿਟੇਲਸ ਦੀ ਬਜਾਏ ਤੁਸੀਂ ਇੱਕ ਜਿਹੜਾ ਪੱਖ ਆ ਜਿਹੜਾ ਤੁਸੀਂ ਉਹਨੂੰ ਵੀ ਜੇ ਐਂ ਪੇਸ਼ ਕਰਦੇ ਹੋ। ਮੈਂ ਇਹ ਸਮਝਦਾ ਕਿ ਹਰ ਵਿਧਾ ਦਾ ਨਾ ਆਪ ਦਾ ਰੂਪ ਹੁੰਦਾ ਕਿ ਜਿਵੇਂ ਫਿਲਮ ਥੋੜੇ ਪਸਾਰ ਪਕੜ ਸਕਦੀ ਹੈ, ਸਰਚ ਬੁੱਕ ਜ਼ਿਆਦਾ ਪਸਾਰ ਪਕੜ ਸਕਦੀ ਹੈ, ਨਾਵਲ ਉਹਨੂੰ ਬਹੁਤ ਪਸਾਰੀ ਪੇਸ਼ ਕਰ ਸਕਦਾ ਹੈ, ਪਰ ਇਹ ਨਹੀਂ ਕਿ ਜਿਹੜੇ ਪੱਖ ਨੂੰ ਤੁਸੀਂ ਪਕੜਦੇ ਆ ਉਹਦੇ ਤੇ ਵੀ ਮੈਨੂੰ ਲੱਗਦਾ ਕਿ ਜੇ ਕੋਈ ਕਹਾਣੀ ਤਾਂ ਹੋਰ ਹੈਗੀ ਆ ਸੁਖਜੀਤ ਦੀ ਕਿ ਮੈਂ ਰੇਪ ਨੂੰ ਇੰਜੋਏ ਕਰਦੀ, ਪਰ ਉਹਦੇ ਵਿੱਚ ਵੀ ਉਹ ਮਤਲਬ ਕਿ ਪਹਿਲਾਂ ਤਾਂ ਪਾਵਰ ਤੋਂ ਦੁਖੀ ਹੁੰਦੀ ਆ, ਮੁੜ ਕੇ ਉਹ ਖੁਦ ਪਾਵਰ ਨੂੰ ਇੰਜੋਏ ਕਰਨ ਲੱਗ ਪੈਂਦੀ ਹੈ। ਇਹਦੇ ਵਿੱਚ ਜਿਹੜਾ ਉਹ ਪਾਵਰ ਨੂੰ ਇੰਜੋਏ ਕਰਦੀ ਆ ਨਾ, ਉਹਦੀ ਉਨੀ ਲੈਜੀਟੀਮੇਸੀ ਨਹੀਂ ਬਣ ਸਕੀ। ਮੈਨੂੰ ਵਿਚਾਰਧਾਰਕ ਤੌਰ ਤੇ, ਮਨੋਵਿਗਿਆਨਕ ਤੌਰ ਤੇ ਥੋੜੀ ਜੀ ਉੱਥੇ ਫਿਲਮ ਕਮਜ਼ੋਰੀ ਲੱਗੀ। ਹਾਲਾਂਕਿ ਡਾਇਰੈਕਸ਼ਨ ਪੱਖੋਂ, ਸੀਨਾਂ ਦੀ ਵੰਡ ਪੱਖੋਂ, ਅਦਾਕਾਰੀ ਪੱਖੋਂ ਨਹੀਂ, ਬਲਕਿ ਅਦਾਕਾਰੀ ਪੱਖੋਂ ਜਿਵੇਂ ਜਦੋਂ ਉਹਦੇ ਕੋਲੇ ਬੰਦਾ ਆਉਂਦਾ ਹੈ ਵੀ ਮੇਰੀ ਤੂੰ ਇਸ ਪੱਖ ਤੋਂ ਸਹਾਇਤਾ ਕਰ, ਉਹ ਜਿਵੇਂ ਸ਼ਰਬਤ ਵਾਲੇ ਨੂੰ ਆਰਡਰ ਦਿੰਦੀ ਹੈ ਕਿ ਸ਼ਰਬਤ ਲੈ ਕੇ ਆਓ, ਉਸ ਦਾ ਸ਼ਰਬਤ ਮੰਗਵਾਉਣ ਦਾ ਢੰਗ, ਚੰਗਿਆੜਨਾ, ਕਿਤੇ ਪੋਲਾਈਟ ਹੋਣਾ ਉਹਦੇ ਪ੍ਰਤੀ, ਉਹ ਸਾਰਾ ਕੁਝ ਆਪਣੀ ਕਲਾ ਰਾਹੀਂ ਜਿਵੇਂ ਉਹ ਅਦਾਕਾਰੀ ਰਾਹੀਂ ਦਿਖਾ ਦਿੰਦੀ ਹੈ। ਉਹ ਬਹੁਤ ਕਮਾਲ ਹੈ। ਕੁਛ ਇਹਨਾਂ ਪੱਖਾਂ ਨੂੰ ਟੋਕ ਉਹਨਾਂ ਨੇ ਛੋਹਣ ਦੀ ਯਤਨ ਕੀਤਾ। ਇਹ ਤਾਂ ਹੋ ਗਈ ਫਿਲਮ ਦੀ ਗੱਲ। ਹੁਣ ਮੈਨੂੰ ਲੱਗਦਾ ਹੈ ਕਿ ਸੁਪਰੀਮ ਕੋਰਟ ਦੇ ਫੈਸਲੇ ਤੋਂ ਪਹਿਲਾਂ ਜਿਹੜੀ ਆਪਾਂ ਕਹਿੰਦੇ ਆ ਕਿ ਫਿਲਮ ਦੇ ਵਿੱਚ ਜੋ ਮੁੱਦੇ ਉਠਾਏ ਗਏ ਆ, ਮੈਨੂੰ ਇਹ ਲੱਗਿਆ ਮੁੱਦੇ ਸਹੀ ਉਠਾਏ ਗਏ, ਬਟ ਉਹਨਾਂ ਵਾਸਤੇ ਜੋ ਫਿਲਮ ਨੇ ਲੌਜਿਕ ਬਣਾਇਆ, ਜੋ ਗੰਗੂਬਾਈ ਦੇ ਮੂੰਹ 'ਚ ਉਹਨਾਂ ਨੇ ਸਪੀਚ ਦਿੱਤੀ, ਜੋ ਉਹ ਲੌਜਿਕ ਬਣਾਉਂਦੀ ਹੈ ਉਹਨਾਂ ਮੁੱਦਿਆਂ ਵਾਸਤੇ, ਉਹ ਲੌਜਿਕ ਮੈਨੂੰ ਬਿਲਕੁਲ ਗਲਤ ਲੱਗਿਆ। ਤੇ ਉਹੀ ਲੌਜਿਕ ਅਸਲ 'ਚ ਮੇਰੇ ਦਿਮਾਗ 'ਚ, ਕਿਉਂਕਿ ਫੌਜੀਆ ਸੈਯਦ ਬਹੁਤ ਜ਼ਿਆਦਾ ਵਸੀ ਹੋਈ ਹੈ, ਤਾਂ ਜਦੋਂ ਮੈਂ ਉਹਨਾਂ ਲੌਜਿਕ ਨਾਲ ਕੰਪੇਅਰ ਕਰਦੀ ਆ ਵੀ ਉਹਦਾ ਲੌਜਿਕ ਜਿਹਨੂੰ ਆਪਾਂ ਕਹਿੰਦੇ ਆ ਰੈਸ਼ਨਲ ਲੱਗਦਾ, ਤੇ ਇਹਦਾ ਲੌਜਿਕ ਉਹ ਹੈ ਜਿਹੜਾ ਆਪਾਂ ਇੱਕ ਆਮ ਇਨਸਾਨ ਨੂੰ, ਜਿਹਨੂੰ ਜ਼ਿਆਦਾ ਸਮਝ ਨਹੀਂ ਹੈ ਚੀਜ਼ਾਂ ਦੀ, ਉਹਨੂੰ ਸ਼ਾਂਤ ਕਰਨ ਲਈ ਜਿਹੋ ਜਿਹਾ ਲੌਜਿਕ ਦਿੰਨੇ ਆ ਨਾ, ਇਹ ਫਿਲਮ ਮੈਨੂੰ ਲੱਗਦਾ ਉਹੇ ਜਿਹਾ ਲੌਜਿਕ ਦਿੰਦੀ ਹੈ ਜੋ ਕਿ ਆਪਾਂ ਜਿਵੇਂ ਕਿਸੇ ਬੱਚੇ ਨੂੰ ਜਾਂ ਛੋਟੇ ਇੰਟੈਲੈਕਚੁਅਲ ਲੈਵਲ ਦੇ ਬੰਦੇ ਨੂੰ ਆਪਾਂ ਸਮਝਾਉਂਦੇ ਨਹੀਂ। ਅਸਲ 'ਚ ਨਾ ਮੈਨੂੰ ਐ ਲੱਗਦਾ ਅਖੀਰ ਦੇ ਵਿੱਚ ਜਦੋਂ ਅਸੀਂ ਫਿਲਮ ਨੂੰ ਦੇਖਦੇ ਆ ਨਾ, ਉਹਦਾ ਪੱਖੀ ਹੋਈ ਉਹਦਾ ਨਾ ਜਿਹੜਾ ਟ੍ਰੀਟਮੈਂਟ ਬੜਾ ਗਲਤ ਹੋ ਜਾਂਦਾ। ਸਾਡਾ ਜਿਹੜਾ ਸਮਾਜ ਹੈ, ਹਿੰਦੁਸਤਾਨੀ ਸਮਾਜ ਹੈ, ਇਹ ਮਰਦਾਵਾਂ ਸਮਾਜ ਹੈ। ਇਸ ਦੇ ਵਿੱਚ ਪਹਿਲੀ ਗੱਲ ਤੇ ਔਰਤ ਨੂੰ ਜਿਉਣ ਦੀ ਸਪੇਸ ਹੀ ਨਹੀਂ। ਜਿਹੜੀਆਂ ਇਸ ਤਰ੍ਹਾਂ ਹਾਸ਼ੀਏ ਤੇ ਧੱਕੀਆਂ ਹੋਈਆਂ ਧਿਰਾਂ ਨੇਗੀਆਂ ਜਾਂ ਉਹ ਔਰਤਾਂ ਨੇ, ਉਹਨਾਂ ਲਈ ਤਾਂ ਬਿਲਕੁਲ ਹੀ ਨਹੀਂ ਇਹ ਟ੍ਰੀਟਮੈਂਟ ਲੱਗਦਾ ਹੈ। ਜਦੋਂ ਉਹ ਲੈਕਚਰ ਦਿੰਦੀ ਹੈ, ਲੈਕਚਰ ਦੇ ਵਿੱਚੋਂ ਇਹ ਗੱਲ ਉੱਭਰ ਕੇ ਸਾਹਮਣੇ ਆਉਂਦੀ ਹੈ ਬਲਕਿ ਕਿ ਉਹ ਜਿਵੇਂ ਇਹ ਸਮਾਜ ਲਈ ਜਿਵੇਂ ਉਹ ਗੰਦ ਸਾਫ਼ ਕਰਦੀਆਂ ਹੈਗੀਆਂ ਨੇ, ਤੇ ਇਸ ਕਰਕੇ ਬਹੁਤ ਜ਼ਰੂਰੀ ਹੈ ਇਹਨਾਂ ਦੀ ਕੇਅਰ ਕਰਨੀ। ਇਹ ਨਹੀਂ ਹੈ ਜਦੋਂ ਕਿ ਚਾਹੀਦਾ ਕੀ ਹੈ, ਉਹ ਗੱਲ ਥੋੜੀ ਜਿਹੀ ਉਹਨਾਂ ਨੇ ਲੌਜਿਕ ਬਣਾਈ ਸੀ, ਪਰ ਉਹ ਕਿਤੇ ਪਾਸੇ ਰਹਿ ਗਈ ਕਿ ਬੱਚਿਆਂ ਨੂੰ ਐਡਮਿਸ਼ਨ ਨਹੀਂ ਮਿਲਦੀ। ਇਹ ਕੋਰਟ ਦੇ ਫੈਸਲੇ ਦੇ ਵਿੱਚ ਵੀ ਇਸ ਬਾਰੇ ਇਹ ਗੱਲ ਉੱਭਰ ਕੇ ਸਾਹਮਣੇ ਆਈ ਹੈ ਕਿ ਉਹਨਾਂ ਦੇ ਜਿਹੜੇ ਬੱਚੇ ਪੈਦਾ ਹੁੰਦੇ ਆ, ਚਾਹੇ ਉਹ ਲੜਕੇ ਹੋਣ ਚਾਹੇ ਲੜਕੀਆਂ ਹੋਣ, ਉਹਨਾਂ ਨੂੰ ਧੱਕੇ ਨਾਲ ਹੀ ਉਸ ਪ੍ਰੋਫੈਸ਼ਨ ਦੇ ਵਿੱਚ ਰਹਿਣ ਲਈ ਮਜਬੂਰ ਕੀਤਾ ਜਾਂਦਾ ਹੈ। ਉਹ ਜੇ ਉਹ ਆਮ ਧਾਰਾ ਦੇ ਵਿੱਚ ਸਕੂਲਾਂ ਦੇ ਵਿੱਚ ਪੜ੍ਹਨ, ਐਜੂਕੇਸ਼ਨ ਹੋਣ, ਆਪਣੀ ਮਰਜ਼ੀ ਨਾਲ ਉਹ ਆਉਣ, ਘੱਟੋ ਘੱਟ ਧੱਕੇ ਨਾਲ ਤਾਂ ਉਹਨਾਂ ਨੂੰ ਉੱਥੇ ਨਾ ਮਜਬੂਰ ਕੀਤਾ ਜਾਵੇ। ਤੇ ਜੇ ਉਹ ਨਵੇਂ ਬੱਚੇ ਜਦੋਂ ਉਸ ਫੀਲਡ ਦੇ ਵਿੱਚ ਆਮ ਲੋਕਾਂ ਦੇ ਵਿੱਚ ਰਲ ਜਾਣਗੇ, ਇਹ ਧੰਦਾ ਵੈਸੇ ਹੀ ਬਹੁਤ ਘੱਟ ਜੂ। ਆਪਣੀ ਬਾਏ ਚੋਇਸ ਜਿਹੜਾ ਮਰਜ਼ੀ ਜਾਂਦਾ ਜਾਵੇ, ਮਜਬੂਰ ਨਾ ਕੀਤਾ ਜਾਵੇ ਉਹਨਾਂ ਨੂੰ। ਮੈਨੂੰ ਇਹਦੇ ਵਿੱਚ ਨਾ ਇੱਕ ਹੋਰ ਸਮੱਸਿਆ ਲੱਗਦੀ,
ਉਹ ਸਮੱਸਿਆ ਇਹ ਲੱਗਦੀ ਆ ਕਿ ਬਹੁਤ ਵੱਡਾ ਸਾਡਾ ਲੇਖਕ ਆ ਮੰਟੋ, ਬਹੁਤ ਮੈਂ ਕਿ ਜਿਹੜਾ ਜਿਹਨੂੰ ਕਹਿ ਸਕਦੇ ਹਾਂ ਕਿ ਪੰਜਾਬੀ ਦੇ ਵਿੱਚ ਚਲੋ ਪ੍ਰਚਲਿਤ ਆ ਇਹ ਆਪਣਾ ਬਲਦੇਵ, ਇੱਥੋਂ ਤੱਕ ਕਿ ਮੈਂ ਕਿ ਜਿਹੜਾ ਗਾਡੀਵਾਨਾ ਦੀ ਬਸਤੀ ਆ ਇਹ ਵੀ ਨਾਵਲ ਮਾੜਾ ਨਹੀਂ ਆ। ਅਜੇ ਤੱਕ ਵੀ ਮੈਨੂੰ ਇਹ ਲੱਗਦਾ ਹੈ ਕਿ ਇਹਨਾਂ ਸਮੱਸਿਆਵਾਂ ਨੂੰ ਇੱਕ ਔਰਤ ਜਿਵੇਂ ਸਮਝ ਸਕਦੀ ਹੈ ਉਹਦੀ ਘਾਟ ਮਹਿਸੂਸ ਹੋ ਰਹੀ ਹੈ ਕਿ ਹਾਲੇ ਤੱਕ ਜਿਹੜੀ ਔਰਤ ਨੇ ਆਪਣੇ ਜੀਵਨ ਬਾਰੇ ਲਿਖਿਆ ਹੋਵੇ ਉਸ ਕਿਸਮ ਦਾ ਮੈਂ ਕੋਈ ਸਾਹਿਤਕ ਨਾਵਲ ਕਹਾਣੀ ਕੋਈ ਫਿਲਮ ਨਹੀਂ ਨਹੀਂ ਦੇਖੀ। ਅਸਲ 'ਚ ਨਾ ਪਰ ਫੌਜੀਆ ਦੀ ਮੈਨੂੰ ਲੱਗਦਾ ਹੈ ਕਿ ਜਿਹੜੀ ਤਾਕਤ ਤਾਂ ਉਹ ਇਹ ਆ ਕਿ ਭਾਵਾਂ ਲਾਈਨ ਉਸ 'ਚ ਸੀਗੀ ਹਾਂ। ਜਿਹੜੀ ਕਿ ਇਹ ਮਤਲਬ ਤੁਹਾਨੂੰ ਖੜਾ ਕਰ ਦਿੰਦੀ ਆ ਉਸ ਸਮਾਜ ਦੇ ਅੱਗੇ ਕਿ ਮੈਂ ਹੁਣ ਉਸ ਥਾਂ ਤੇ ਸੇਫਰ ਮਹਿਸੂਸ ਕਰਦੀ ਆ ਲਾਹੌਰ ਦੀਆਂ ਬਾਕੀ ਗਲੀਆਂ ਨਾਲ। ਹਾਂ ਤਾਂ ਉਹ ਜਿਹੜੀ ਫੌਜੀ ਹੈ ਨਾ ਉਹ ਔਰਤ ਹੋਣ ਕਰਕੇ ਚੀਜ਼ਾਂ ਨੂੰ ਜਿਵੇਂ ਔਰਤ ਦੀਆਂ ਦੁੱਖਾਂ ਤਕਲੀਫਾਂ ਨੂੰ ਸਮਝਦੀ ਆ ਉਸ ਨਜ਼ਰੀਏ ਤੋਂ ਦੇਖਦੀ ਆ। ਮੈਨੂੰ ਲੱਗਦਾ ਕਿ ਇਹ ਵੀ ਇੱਕ ਦੀ ਗੱਲ ਹੈਗੀ ਹੈ, ਇਹ ਇੱਕ ਪ੍ਰਸੰਗ ਹੈਗਾ। ਇਸ ਦੇ ਬਾਵਜੂਦ ਵੀ ਨਾ ਮੈਨੂੰ ਇਹ ਲੱਗਿਆ ਕਿ ਇਸ ਜਿਹੜੀਆਂ ਹੁਣ ਤੱਕ ਦੀਆਂ ਬਹੁਤੀਆਂ ਸਾਡੀਆਂ ਭਾਰਤੀ ਫਿਲਮਾਂ ਸੀਗੀਆਂ, ਮੈਂ ਇੰਗਲਿਸ਼ ਜਾਂ ਹਿੰਦੀ ਦੂਜੀਆਂ ਦੀ ਫਿਲਮਾਂ ਦੀ ਗੱਲ ਨਾਵਲਾਂ ਦੀ ਗੱਲ ਨਹੀਂ ਕਰਦਾ, ਕਿ ਭਾਰਤੀ ਜਿਹੜੀਆਂ ਫਿਲਮਾਂ ਸੀ ਨਾ ਉਹ ਜ਼ਿਆਦਾਤਰ ਜਿਹਨੂੰ ਕਹਿ ਸਕਦੇ ਆ ਕਿ ਇਸ ਪਾਤਰ ਨੂੰ ਆਦਰਸ਼ਿਆ ਦਿੰਦੇ ਸੀ। ਇਹ ਦਰਸਾਉਂਦੀ ਬਿਨਾ ਉਹਨਾਂ ਨੂੰ ਦਰਸਾਇਆ ਨੈਤਿਕਤਾ ਦੀ ਉੱਚ ਕੋਟੀ ਚੋਟੀ ਤੇ ਪਹੁੰਚਾਇਆ ਵੀ ਉਹਨਾਂ ਦੇ ਕੁਝ ਹੱਕ ਨੇ। ਉਹਨਾਂ ਹੱਕਾਂ ਦੀ ਗੱਲ ਸਾਨੂੰ ਇਸ ਦੇ ਬਾਵਜੂਦ ਵੀ ਕਰਨੀ ਚਾਹੀਦੀ ਹੈ ਕਿ ਭਾਵੇਂ ਕਿਹੋ ਜਿਹੇ ਧੰਦੇ ਚਾਹੇ ਮਜਬੂਰੀ 'ਚ ਫਸੀਆਂ ਹੋਈਆਂ, ਚਾਹੇ ਇਹ ਵੀ ਇੱਕ ਗੱਲ ਬਾਰ-ਬਾਰ ਉੱਠਦੀ ਹੈਗੀ ਆ ਕਿ ਹੋਰ ਬਹੁਤ ਕੰਮ ਨੇ, ਹੋਰ ਕਿਉਂ ਨਹੀਂ ਬਹੁਤ ਕੰਮ ਕਰਦੇ। ਉਹ ਤੇ ਇਸੇ ਤਰ੍ਹਾਂ ਹੀ ਆ ਕਿ ਜਿਵੇਂ ਕਿਸਾਨ ਨੂੰ ਕਿਹਾ ਜਾਵੇ ਕਿ ਭਾਈ ਹੋਰ ਕੰਮ ਕਰ, ਵੀ ਤੁਸੀਂ ਕੋਈ ਗੱਲ ਨਹੀਂ ਜ਼ਮੀਨਾਂ ਖੋਰੀਆਂ ਤੁਸੀਂ ਹੋਰ ਕੰਮ ਕਰ ਲਓ, ਤੁਸੀਂ ਤਾਂ ਕੰਮ ਹੀ ਕਰਨਾ। ਜਿਵੇਂ ਕਿਸੇ ਦੁਕਾਨਦਾਰ ਨੂੰ ਕਹਿ ਦਿੱਤਾ ਜਾਵੇ ਕਿ ਜੇ ਤੂੰ ਕੱਪੜੇ ਦੀ ਦੁਕਾਨ ਕਰਦਾ ਕੱਪੜੇ ਦੀ ਦੁਕਾਨ ਛੱਡ ਕੇ ਕੋਈ ਹੋਰ ਕੰਮ ਕਰ ਲਾ। ਇਹ ਅਸਲ ਦੇ ਵਿੱਚ ਉਹਨਾਂ ਸੌਖਾ ਨਹੀਂ ਹੁੰਦਾ ਜਿੰਨਾ ਬਾਹਰੋਂ ਲੱਗਦਾ ਹੈ। ਜਿੰਨਾ ਚਿਰ ਤੁਸੀਂ ਭਾਵਨਾਤਮਕ ਤੌਰ ਤੇ ਉਹਨਾਂ ਦੇ ਨਾਲ ਰਹਿ ਕੇ ਜਾਂ ਉਹਨਾਂ ਨੂੰ ਨੇੜਿਓਂ ਸਮਝ ਕੇ ਇੱਕ ਸਮੱਸਿਆ ਵਜੋਂ ਨਹੀਂ ਦੇਖਦੇ ਨਾ, ਉਨੀ ਦੇਰ ਨਹੀਂ ਇਹ ਗੱਲਾਂ ਸਮਝੀਆਂ ਜਾ ਸਕਦੀਆਂ। ਕਹਿ ਦੇਣਾ ਬੜਾ ਸੌਖਾ ਵੀ ਅਸੀਂ ਸੁਸਾਇਟੀ ਦੇ ਬੜੇ ਲੰਬਰਦਾਰ ਆ, ਅਸੀਂ ਪਹਿਰੇਦਾਰ ਆ। ਇਹ ਤਾਂ ਨੇੜੇ ਹੋ ਕੇ ਹਿਊਮਨ ਬੀਇੰਗ ਦੀ ਤਰ੍ਹਾਂ ਉਹਨਾਂ ਨੂੰ ਡੀਲ ਕਰਕੇ ਸਮਝਣਾ ਪਊਗਾ ਸਾਨੂੰ। ਤੇ ਕੁੱਲ ਮਿਲਾ ਕੇ ਅਸੀਂ ਇਹ ਕਹਾਂਗੇ ਕਿ ਫਿਲਮ ਦੇਖੋ ਜ਼ਰੂਰ, ਤੇ ਹੋ ਸਕੇ ਤਾਂ ਇਹਦੇ ਨਾਲ ਰਿਲੇਟਡ ਲਿਟਰੇਚਰ ਜ਼ਰੂਰ ਪੜੋ, ਕਿਉਂਕਿ ਲਿਟਰੇਚਰ 'ਚ ਜਿਵੇਂ ਮੰਮੀ ਨੇ ਕਿਹਾ ਨਾ ਕਿ ਜੋ ਉਹਦੇ ਮਨ ਦੀ ਪਟਕਥਾ ਤੇ ਚੀਜ਼ਾਂ ਚੱਲਦੀਆਂ ਉਹ ਨਹੀਂ ਤੁਸੀਂ ਦੇਖ ਸਕਦੇ, ਲਿਟਰੇਚਰ 'ਚ ਉਹ ਚੀਜ਼ਾਂ ਤੁਹਾਨੂੰ ਦੇਖਣ ਨੂੰ ਮਿਲਣਗੀਆਂ। ਤੇ ਸਾਡਾ ਅੱਜ ਦਾ ਐਪੀਸੋਡ ਤੁਹਾਨੂੰ ਕਿਹੋ ਜਿਹਾ ਲੱਗਿਆ ਸਾਨੂੰ ਜ਼ਰੂਰ ਦੱਸੋ, ਥੱਲੇ ਕਮੈਂਟ ਕਰੋ ਕਿਹੜੀਆਂ ਫਿਲਮਾਂ ਅਸੀਂ ਦੇਖੀਏ, ਕਿਹੜੀਆਂ ਚੀਜ਼ਾਂ ਤੇ ਅਸੀਂ ਕਮੈਂਟ ਕਰੀਏ। ਤੇ ਜੇ ਕੋਈ ਫਿਲਮਾਂ ਤੋਂ ਇਲਾਵਾ ਵੀ ਕੋਈ ਚੀਜ਼ ਹੈ ਜਾਂ ਕੋਈ ਐਸੀ ਚੀਜ਼ ਹੈ ਜੋ ਤੁਸੀਂ ਚਾਹੁੰਦੇ ਹੋ ਅਸੀਂ ਐਜ਼ ਅ ਟੱਬਰ ਡਿਸਕਸ ਕਰੀਏ, ਉਹਦੇ ਬਾਰੇ ਵੀ ਸਾਨੂੰ ਜ਼ਰੂਰ ਦੱਸਿਓ।